ਸੋ ਕਹੋ ਟਲ ਗੁਰ ਸੇਵੀਆ, ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸੰਮਿ, ਨੂਰ ਅਰਸਹੁ ਕੁਰਸਹੁ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ ਕਟਿਐ। ਜਨ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੇ। ਭਾਂਡਾ ਅਤ ਮਲੀਣ, ਧੋਤਾ ਹੱਛਾ ਨ ਹੋਏ ਸੇ। ਭਾਂਡਾ ਹੱਛਾ ਸੋਏ, ਜੋ ਤਿਸ ਭਾਵ ਸੇ। ਭਾਂਡਾ ਅਤ ਮਲੀਣ, ਧੋਤਾ ਹੱਛਾ ਨ ਹੋਏ ਸੇ। ਗੁਰੂ ਦੁਆਰੈ ਹੋਏ, ਸੋਝੇ ਪਾਏ ਸੇ। ਏਤ ਦੁਆਰੈ ਧੋਏ, ਹੱਛਾ ਹੋਏ ਸੇ। ਮੈਲੇ ਹੱਛੇ ਕਾ ਵਿਚਾਰ, ਆਪ ਵਰਤਾਏ ਸੇ। ਮਤ ਕੋ ਜਾਣੈ ਜਾਏ, ਅੱਗੇ ਪਾਏ ਸੇ। ਜੇਹ ਕਰਮ ਕਮਾਏ, ਤੇਹਾ ਹੋਏ ਸੇ। ਅੰਮ੍ਰਿਤ ਹਰਿ ਕਾ ਨਾਮ, ਆਪ ਵਰਤਾਏ ਸੇ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੇ। ਮਾਨਸ ਕਿਆ ਵਿਚਾਰਾ, ਤਿਹੁ ਲੋਕ ਸੁਣਾਏ ਸੇ। ਨਾਨਕ ਆਪ ਨਿਹਾਲ, ਸਭ ਕੁਲ ਤਾਰ ਸੇ। ਚੱਲਿਆ ਪਤ ਸਿਉ ਜਨਮ ਸਵਾਰ, ਵਾਜਾ ਵਾਏ ਸੇ। ਮਾਨਸ ਕਿਆ ਵਿਚਾਰਾ, ਤਿਹੁ ਲੋਕ ਸੁਣਾਏ ਸੇ। ਨਾਨਕ ਆਪ ਨਿਹਾਲ, ਸਭ ਕੁਲ ਤਾਰ ਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ, ਅਨਾਥ ਨਾਥ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ
ਸਾਹਿਬ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੌਵੇਂ ਪਾਤਸ਼ਾਹ ਜੀ ਦੀ ਕਿਰਪਾ ਸਤਿਗੁਰਾਂ ਦਾ ਤਰਸ ਪ੍ਰਾਪਤ ਕਰਦੇ ਹੋ। ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਸਾਹਿਬ ਜੀ ਨੇ ਸ੍ਰੀ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪਹਿਲਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੇ। ਰਾਗ ਸੋਹੀ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਸ਼ਬਦ ਹੈ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਨ ਕਰਦੇ ਹਨ, ਅੰਤਸ਼ਕਰਨ ਦਾ ਉਹੀ ਭਾਂਡਾ ਹੱਛਾ ਪਵਿੱਤਰ ਤੇ ਸ਼ੁੱਧ ਹੁੰਦਾ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਪਾਉਂਦਾ ਹੈ। ਬੜੇ ਸਪਸ਼ਟ ਲਫ਼ਜ਼ਾਂ ਵਿੱਚ ਸਤਿਗੁਰਾਂ ਨੇ ਬਚਨ ਕਹੇ ਨੇ, ਜੇ ਭਾਵੇਗਾ ਉਸ ਅਕਾਲ ਪੁਰਖ ਨੂੰ ਤਾਂ ਅੰਤਸ਼ਕਰਨ ਦਾ ਭਾਂਡਾ ਪਵਿੱਤਰ ਹੋਣਾ, ਸ਼ੁੱਧ ਹੋਣਾ। ਜਦੋਂ ਸਤਿਗੁਰੂ ਜੀ ਸੋਦਰ ਉਚਾਰਦੇ ਹਨ ਤਾਂ ਸੋਦਰ ਦੇ ਅੰਦਰ ਗਰੀਬ ਨਵਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਪਰਮੇਸ਼ਰ ਨੂੰ ਬਹੁਤ ਗਾ ਰਹੇ ਨੇ, ਸਿੱਧ ਗਾ ਰਹੇ ਨੇ ਸਮਾਧੀ ਅੰਦਰ, ਚਿੱਤਰ ਤੇ ਗੁਪਤ ਗਾ ਰਹੇ ਨੇ, ਧਰਮ ਰਾਜਾ ਗਾ ਰਿਹਾ ਹੈ, ਪੌਣ ਗਾ ਰਹੀ ਹੈ, ਪਾਣੀ ਗਾ ਰਿਹਾ ਹੈ, ਬੈਸੰਤਰ ਗਾ ਰਿਹਾ ਹੈ। ਵੱਡੇ ਵੱਡੇ ਯੋਧੇ ਵੀਰ ਕਰਾਰੇ ਗਾ ਰਹੇ ਨੇ, ਸੂਰਮੇ ਗਾ ਰਹੇ ਨੇ, ਪਰ ਅਖੀਰ ਵਿੱਚ ਇਹ ਵੀ ਕਹਿ ਦਿੰਦੇ ਹਨ ਕਿ ਮਹਾਰਾਜ ਗਾਉਂਦੇ ਭਾਵੇਂ ਬਹੁਤ ਨੇ ਪਰ ਗਾਉਣਾ ਉਹਨਾਂ ਦਾ ਤੁਹਾਡੇ ਚਰਨਾਂ 'ਚ ਪ੍ਰਵਾਨ ਹੁੰਦਾ ਜਿਹੜੇ ਤੁਹਾਨੂੰ ਪਾਉਂਦੇ ਹਨ। ਜਿਹੜੇ ਤੁਹਾਨੂੰ ਭਾ ਜਾਂਦੇ ਨੇ ਉਹਨਾਂ ਦਾ ਗਾਉਣਾ ਪ੍ਰਵਾਨ ਹੈ, ਜਿਹੜੇ ਤੁਹਾਨੂੰ ਪਾਉਂਦੇ ਹੀ ਨਹੀਂ ਉਹ ਲੁਹਾਰ ਦੀ ਭੱਠੀ ਤੇ ਪਏ ਧੋਖਣੀ ਵਾਂਗੂ ਫੂਕ ਤਾਂ ਕੱਢ ਰਹੇ ਨੇ ਆਪਣੇ ਅੰਦਰੋਂ, ਪਰ ਉਹਨਾਂ ਦਾ ਗਾਉਣਾ ਪ੍ਰਵਾਨ ਨਹੀਂ ਹੈ। ਤੋ ਸਵਾਮੀ ਜੀ ਜਗਤ ਗੁਰੂ ਪਾਤਸ਼ਾਹ ਜੀ ਇਹੀ ਫਰਮਾਉਂਦੇ ਕਿ ਜੇ ਰੱਬ ਨੂੰ ਭਾਵੇ ਤਾਂ ਗਾਉਣਾ ਪ੍ਰਵਾਨ ਹੈ। ਇੱਥੇ ਵੀ ਸਤਿਗੁਰੂ ਕਹਿੰਦੇ ਜੇ ਪਰਮੇਸ਼ਰ ਨੂੰ ਭਾਵੇ ਤਾਂ ਅੰਤਸ਼ਕਰਨ ਦਾ ਭਾਂਡਾ ਸ਼ੁੱਧ ਹੁੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਕੀ ਪਾਵਨ ਬਾਣੀ ਦੇ ਮਹਾਨ ਵਿਆਖਿਆਕਾਰ ਹਨ। ਤਦੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਕੁੰਜੀ ਬਿਨਾਂ ਜੰਦਰਾ ਨਹੀਂ ਖੁੱਲਦਾ। ਸਿੱਖਾਂ ਨੇ ਭਾਈ ਗੁਰਦਾਸ ਜੀ ਦੇ ਪਾਸ ਬੈਠਿਆਂ ਬੇਨਤੀ ਕੀਤੀ, ਭਾਈ ਸਾਹਿਬ ਕਿਰਪਾ ਕਰਕੇ ਦੱਸੋ ਕਿ ਪਰਮੇਸ਼ਰ ਨੂੰ ਭਾਉਂਦੇ ਕਿਹੜੇ ਹਨ, ਕੌਣ ਭਾਉਂਦੇ ਹਨ।
ਅਕਾਲ ਪੁਰਖ ਨੂੰ ਕੌਣ ਭਾਉਂਦੇ ਹਨ? ਉਹ ਕੈਸੇ ਨੇ ਜਿਹੜੇ ਪਰਮੇਸ਼ਰ ਨੂੰ ਭਾਉਂਦੇ ਨੇ? ਉਹ ਕੀ ਕਰਦੇ ਨੇ ਜਿਹੜੇ ਪਰਮੇਸ਼ਰ ਨੂੰ ਭਾਉਂਦੇ ਨੇ? ਤਾਂ ਭਾਈ ਸਾਹਿਬ ਜੀ ਨੇ ਜਵਾਬ ਦਿੰਦਿਆਂ ਆਪਣੀ ਬਾਣੀ ਵਿੱਚ, ਆਪਣੀਆਂ ਵਾਰਾਂ ਵਿੱਚ ਬਚਨ ਕਹੇ, ਖਸਮੈ ਸੋਈ ਭਾਵਦਾ, ਖਸਮੈ ਦਾ ਜਿਸ ਭਾਣਾ ਭਾਵੇ। ਉਸ ਖਸਮ ਨੂੰ, ਅਕਾਲ ਪੁਰਖ ਪਰਮੇਸ਼ਰ ਨੂੰ ਉਹ ਭਾਉਂਦਾ ਹੈ ਜਿਸ ਨੂੰ ਅਕਾਲ ਪੁਰਖ ਪਰਮੇਸ਼ਰ ਦਾ ਭਾਣਾ ਮਿੱਠਾ ਲੱਗਦਾ ਹੈ, ਪਰਮੇਸ਼ਰ ਦਾ ਭਾਣਾ ਭਾਉਂਦਾ। ਜਿਹਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ ਉਹ ਰੱਬ ਨੂੰ ਭਾ ਜਾਂਦਾ, ਪਰਮੇਸ਼ਰ ਨੂੰ ਭਾ ਜਾਂਦਾ ਹੈ। ਤੇ ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਹਨ ਉਹਨਾਂ ਦਾ ਅੰਤਸ਼ਕਰਨ ਸ਼ੁੱਧ ਹੋ ਜਾਂਦਾ ਹੈ। ਇਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਫਰਮਾ ਰਹੇ ਹਨ, ਭਾਂਡਾ ਹੱਛਾ ਸੋਏ, ਅੰਤਸ਼ਕਰਨ ਦਾ ਭਾਂਡਾ ਉਹੀ ਪਵਿੱਤਰ ਤੇ ਸ਼ੁੱਧ ਹੋਵੇਗਾ ਜੋ ਤਿਸ ਭਾਵ ਸੀ, ਜੋ ਤਿਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਨੂੰ ਭਾਉਂਦਾ ਹੈ। ਭਾਂਡਾ ਅਤ ਮਲੇਣਾ, ਧੋਤਾ ਹੱਛਾ ਨਾ ਹੋਏ ਸੇ। ਅੰਤਸ਼ਕਰਨ ਦਾ ਭਾਂਡਾ ਇਤਨਾ ਮਲੀਨ ਹੈ ਕਿ ਅਤ ਦਾ ਮਲੀਨ। ਅਤ ਦਾ ਮਤਲਬ ਹੈ ਵੀ ਬਹੁਤ ਜ਼ਿਆਦਾ, ਪਰੇ, ਵੀ ਹੱਦ ਹੀ ਕੋਈ ਨਹੀਂ, ਕਿਤਨਾ ਮਲੀਨ। ਅੰਤਸ਼ਕਰਨ ਦਾ ਭਾਂਡਾ ਅਤੀ ਮਲੀਨ ਹੈ। ਕਿਵੇਂ ਜਾਣੀਏ ਕਿ ਸਾਡਾ ਅੰਤਸ਼ਕਰਨ ਮਲਨ ਹੈ? ਜੇ ਅਸੀਂ ਜਾਣਨਾ ਹੋਵੇ ਕਿ ਸਾਡਾ ਅੰਤਸ਼ਕਰਨ ਮਲੀਨ ਹੈ, ਅਸੀਂ ਕਿਵੇਂ ਜਾਣੀਏ? ਇਹਦੇ ਲਈ ਕੋਈ ਪੈਮਾਨਾ ਹੈ ਜਿਹਦੇ ਨਾਲ ਇਹਨੂੰ ਮਾਪਿਆ ਜਾ ਸਕੇ? ਇਹਦੇ ਲਈ ਕੋਈ ਥਰਮਾਮੀਟਰ ਬਣਿਆ ਹੈ ਜਿਹਦੇ ਨਾਲ ਜਾਣਿਆ ਜਾ ਸਕੇ? ਤੋ ਹਾਂ, ਇਹਦਾ ਥਰਮਾਮੀਟਰ ਜਾਂ ਇਸ ਨੂੰ ਮਾਪਣ ਦਾ ਪੈਮਾਨਾ ਇਹ ਹੈ ਕਿ ਆਪਣੇ ਨਿਜ ਆਤਮੇ ਅੰਤਸ਼ਕਰਨ ਦੇ ਵਿੱਚ ਝਾਤੀ ਮਾਰ ਕੇ ਵਿਚਾਰ ਕਰਨੀ, ਜਿਸ ਨੂੰ ਕਹਿੰਦੇ ਨੇ ਸਵੈ ਅਧਿਆਏ, ਸਵੈ ਅਧਿਆਏ ਕਰਨਾ। ਕੀ ਗੁਰਬਾਣੀ ਪੜ੍ਹਦਿਆਂ ਇੱਕਦਮ ਮਨ ਉਪਰਾਮ ਹੋ ਕੇ ਕਹਿੰਦਾ ਕਿ ਹਾਂ ਹੁਣ ਗੁਰਬਾਣੀ ਪੜ੍ਹਨੀ ਛੱਡ ਕੇ ਹੋਰ ਕੰਮ ਜਿਹੜਾ ਕੋਈ ਕਰ ਲਈਏ? ਉਹ ਕੰਮ ਜਿਸ ਕੰਮ ਦਾ ਕੋਈ ਪ੍ਰਯੋਜਨ ਨਹੀਂ ਹੈ। ਹਾਂ, ਜੇ ਕੋਈ ਕਿਰਤ ਬਿਰਤ ਕਰਨੀ ਹੈ, ਉਸ ਪਾਸੇ ਜਾਣਾ, ਵੱਖਰੀ ਗੱਲ। ਪਰ ਜੇ ਗੁਰਬਾਣੀ ਪੜ੍ਹਦਿਆਂ ਇੱਕਦਮ ਗੁਰਬਾਣੀ ਤੋਂ ਮਨ ਉਚਾਟ ਹੋ ਜਾਏ ਤੇ ਪੋਥੀ ਰੱਖਣ ਨੂੰ ਦਿਲ ਕਰੇ, ਭਾਵੇਂ ਕੋਈ ਕੰਮ ਨਾ ਵੀ ਹੋਵੇ, ਤਾਂ ਸਮਝ ਲੈਣਾ ਕਿ ਅੰਤਸ਼ਕਰਨ ਮਲੀਨ ਹੈ। ਕਥਾ ਸੁਣ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕਿਸੇ ਤਰ੍ਹਾਂ ਦਾ ਕੋਈ ਰੁਝੇਵਾਂ ਨਹੀਂ ਹੈ, ਪਰ ਫਿਰ ਵੀ ਮਨ ਕੀਤਾ ਕਿ ਬਸ ਕਰ, ਹੁਣ ਨਹੀਂ ਸੁਣਿਆ ਜਾ ਰਿਹਾ, ਆਲਸੀ ਹੋ ਰਿਹਾ, ਸਰੀਰ ਦਲਿੱਦਰੀ ਹੋ ਰਿਹਾ, ਤੋ ਸਮਝ ਲੈਣਾ ਅੰਤਸ਼ਕਰਨ ਦਾ ਭਾਂਡਾ ਮਲੀਨ ਹੈ। ਇਹ ਪੈਮਾਨਾ ਹੈ। ਜਦੋਂ ਸ਼ੁਭ ਕੰਮ ਕਰਨ ਵਾਸਤੇ ਮਨ ਨਾ ਕਰੇ, ਮਨ ਕਰੇ ਬੁਰਾਈਆਂ ਕਰਨ ਨੂੰ, ਮਨ ਕਰੇ ਮਾੜਾ ਕਰਨ ਨੂੰ, ਮਨ ਕਰੇ ਭੈੜਾ ਕਰਨ ਨੂੰ, ਤੋ ਸਮਝ ਲੈਣਾ ਅੰਤਸ਼ਕਰਨ ਦਾ ਭਾਂਡਾ ਮਲੀਨ ਹੈ। ਪਰ ਗੁਰਦੇਵ ਕਹਿੰਦੇ ਇਤਨਾ ਮਲੀਨ ਕਿ ਹੱਦ ਹੀ ਮੁੱਕ ਗਈ ਆ, ਅਤੀ ਮਲੀਨ। ਹੁਣ ਅਤ ਦਾ ਮਲੀਨ ਅੰਤਸ਼ਕਰਨ ਦਾ ਭਾਂਡਾ ਸਾਡੇ ਆਪਣੇ ਕੀਤੇ ਯਤਨਾਂ ਨਾਲ ਧੋਤਿਆਂ ਪਵਿੱਤਰ ਨਹੀਂ ਹੋਣਾ ਜਦੋਂ ਤੱਕ ਗੁਰੂ ਕੀ ਸੇਵਾ ਨਹੀਂ ਕਰਦੇ। ਗੁਰ ਸੇਵਾ ਤੋਂ ਬਿਨਾਂ ਇਹ ਆਪਣੇ ਕੀਤੇ ਕਰਮ ਕਾਂਡਾਂ ਨਾਲ ਧੋਤਿਆਂ ਹੱਛਾ ਨਹੀਂ ਹੋਣਾ। ਧੋਤਾ ਹੱਛਾ ਨਾ ਹੋਏ ਸੀ। ਜੇ ਅਸੀਂ ਆਪ ਆਪਣਾ ਯਤਨ ਕਰਕੇ ਇਸ ਨੂੰ ਧੋਣਾ ਚਾਹੀਏ, ਗੁਰੂ ਕੀ ਸੇਵਾ ਤੋਂ ਬਿਨਾਂ, ਗੁਰੂ ਕੀ ਸ਼ਰਨ ਤੋਂ ਬਿਨਾਂ, ਗੁਰੂ ਤੋਂ ਬੇਮੁਖ ਹੋ ਕੇ ਕੋਈ ਆਖੇ ਕੀ ਲੋੜ ਹੈ ਗੁਰੂ ਦੀ? ਕੰਮ ਚੰਗੇ ਕਰਨੇ ਨੇ, ਠੀਕ ਹੋ ਜਾਣੇ। ਗੁਰੂ ਨੇ ਵੀ ਤਾਂ ਚੰਗੇ ਕੰਮ ਕਰਨ ਨੂੰ ਕਹਿਣਾ, ਤੇ ਫਿਰ ਗੁਰੂ ਕੋਲ ਜਾਣ ਦੀ ਕੀ ਲੋੜ ਹੈ? ਸਾਨੂੰ ਤਾਂ ਪਹਿਲਾਂ ਹੀ ਪਤਾ ਚੰਗੇ ਕੰਮ ਕਰਨੇ ਨੇ, ਅਸੀਂ ਕਰਾਂਗੇ। ਗੁਰੂ ਕੀ ਸੇਵਾ ਤੋਂ ਬਿਨਾਂ ਆਪਣੇ ਕੀਤੇ ਹੋਏ ਕਰਮਾਂ ਦੁਆਰਾ
ਇਸ ਅੰਤਸ਼ਕਰਨ ਦੇ ਭਾਂਡੇ ਦੀ ਪਵਿੱਤਰਤਾ ਸ਼ੁੱਧੀ ਨਹੀਂ ਹੋਣੀ। ਅੰਤਸ਼ਕਰਨ ਦੀ ਸ਼ੁੱਧੀ ਤਦੇ ਹੋਣੀ ਹੈ ਜਦੋਂ ਸਤਿਗੁਰਾਂ ਦੀ ਸੇਵਾ ਵਿੱਚ ਤਤਪਰ ਹੋਵਾਂਗੇ, ਗੁਰੂ ਕੀ ਸੇਵਾ ਵਿੱਚ ਤਤਪਰ ਹੋਵਾਂਗੇ। ਔਰ ਗੁਰੂ ਕੀ ਸੇਵਾ ਕਾਮਨਾ ਰਹਿਤ ਹੋ ਕੇ, ਨਿਸ਼ਕਾਮ ਹੋ ਕੇ ਕੀਤੀ ਜਾਏ, ਇਹ ਵੀ ਸ਼ਰਤ ਹੈ। ਜੇ ਅੰਤਸ਼ਕਰਨ ਦੀ ਸ਼ੁੱਧੀ ਚਾਹੁੰਦੇ ਹੋ ਕਿ ਸਾਡਾ ਅੰਤःਕਰਨ ਸ਼ੁੱਧ ਹੋ ਜਾਏ ਤਾਂ ਗੁਰੂ ਕੀ ਸੇਵਾ ਕਰੋ, ਪਰ ਉਹ ਵੀ ਕਾਮਨਾ ਤੋਂ ਰਹਿਤ ਹੋ ਕੇ, ਨਿਸ਼ਕਾਮ ਹੋ ਕੇ। ਕੋਈ ਕਾਮਨਾ ਨਹੀਂ, ਨਾ ਦੁਨੀਆ ਦੀ ਪ੍ਰਭਤਾ ਦੀ, ਨਾ ਦੁਨੀਆ ਦੀ ਵਡਿਆਈ ਦੀ, ਕੇਵਲ ਇੱਕੋ ਇੱਛਾ ਹਿਰਦੇ 'ਚ ਰੱਖਦਿਆਂ ਗੁਰੂ ਸੇਵਾ ਕਰਦਿਆਂ ਗੁਰੂ ਕੀ ਖੁਸ਼ੀ ਲੈਣੀ ਹੈ, ਗੁਰੂ ਕੀ ਖੁਸ਼ੀ ਲੈਣੀ ਕਿ ਸਤਿਗੁਰੂ ਜੀ ਰੀਝ ਪੈਣ, ਪ੍ਰਸੰਨ ਹੋ ਜਾਣ, ਕਿਰਪਾ ਦੇ ਘਰ ਵਿੱਚ ਆ ਜਾਣ। ਕਾਮਨਾ ਰਹਿਤ ਹੋ ਕੇ ਕੀਤੀ ਹੋਈ ਸੇਵਾ ਦੁਆਰਾ ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ। ਹਾਂਜੀ। ਗੁਰੂ ਦੁਆਰੇ ਹੋਏ ਸੋਝੀ ਪਾਇਸੇ। ਅੰਤਸ਼ਕਰਨ ਕਿਵੇਂ ਸ਼ੁੱਧ ਹੋਣਾ? ਇਹਦੀ ਸੋਝੀ, ਇਹਦਾ ਗਿਆਨ ਗੁਰੂ ਦੇ ਰਾਹੀਂ ਪ੍ਰਾਪਤ ਹੋਣਾ। ਗੁਰੂ ਦੁਆਰਾ, ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ, ਗੁਰੂ ਦੇ ਰਾਹੀਂ ਇਹ ਸੋਝੀ ਮਿਲਣੀ ਹੈ ਕਿ ਅੰਤਸ਼ਕਰਨ ਦੀ ਸ਼ੁੱਧੀ ਕਿਵੇਂ ਹੋਵੇਗੀ, ਅੰਤःਕਰਨ ਸ਼ੁੱਧ ਕਿਵੇਂ ਹੋ ਸਕਦਾ ਹੈ। ਏਤ ਦੁਆਰੇ ਧੋਏ ਅੱਛਾ ਹੋਏ ਸੇ। ਕੇਵਲ ਇਹੀ ਇੱਕ ਗੁਰੂ ਕਾ ਦੁਆਰ ਹੈ ਜਿੱਥੇ ਇਸ ਅੰਤਸ਼ਕਰਨ ਦੇ ਭਾਂਡੇ ਨੂੰ ਧੋ ਕੇ ਸ਼ੁੱਧ ਕੀਤਾ ਜਾ ਸਕਦਾ ਹੈ, ਇਹਨੂੰ ਪਵਿੱਤਰ ਤੇ ਹੱਛਾ ਕੀਤਾ ਜਾ ਸਕਦਾ ਹੈ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੇ। ਮੈਲੇ ਅੰਤਸ਼ਕਰਨ ਤੋਂ ਹੱਛਾ ਕਿਵੇਂ ਹੋਣਾ, ਪਵਿੱਤਰ ਕਿਵੇਂ ਹੋਣਾ, ਇਹਦੀ ਵਿਚਾਰ ਵੀ ਸਤਿਗੁਰੂ ਜੀ ਦੇ ਚਰਨਾਂ ਚੋਂ ਪ੍ਰਾਪਤ ਹੁੰਦੀ। ਜਿਨ੍ਹਾਂ ਨੂੰ ਸਤਿਗੁਰੂ ਜੀ ਵਰਤਾਉਂਦੇ ਨੇ ਉਹਨਾਂ ਨੂੰ ਮਿਲਦੀ ਕਿ ਮੈਲਾ ਅੰਤਸ਼ਕਰਨ ਸ਼ੁੱਧ ਕਿਵੇਂ ਹੋਣਾ। ਇਹਦੀ ਸੋਝੀ, ਇਹਦੀ ਵਿਚਾਰ ਉਹ ਗੁਰੂ ਕੋਲੋਂ ਪ੍ਰਾਪਤ। ਦੂਜਾ ਅਰਥ ਏਦਾਂ ਵੀ ਮਹਾਂਪੁਰਸ਼ ਕਰਦੇ ਕਿ ਮੈਲਾ ਤੇ ਹੱਛਾ, ਯਾਨੀ ਕਿ ਸ਼ੁੱਧ ਤੇ ਮਲਨ, ਇਹ ਦੋ ਪ੍ਰਕਾਰ ਦੇ ਅੰਤਸ਼ਕਰਨ ਦੀ ਵਿਚਾਰ ਪਰਮੇਸ਼ਰ ਨੇ ਆਪ ਸੰਸਾਰ 'ਚ ਵਰਤਾਈ ਹੈ। ਕਿਉਂਕਿ ਹਰ ਇੱਕ ਕਰਮ ਦਾ ਪ੍ਰਤੀਕਰਮ ਪਰਮੇਸ਼ਰ ਨੇ ਬਣਾਇਆ, ਹਰ ਇੱਕ ਕਰਮ ਦਾ ਪ੍ਰਤੀਕਰਮ। ਪੁੰਨ ਦੀ ਮਹੱਤਤਾ ਦੱਸਣ ਲਈ ਸੰਸਾਰ ਵਿੱਚ ਪਾਪ ਵੀ ਪ੍ਰਵਿਰਤ ਨੇ, ਧਰਮ ਦੀ ਮਹਾਨਤਾ ਨੂੰ ਦੱਸਣ ਲਈ ਸੰਸਾਰ ਦੇ ਵਿੱਚ ਅਧਰਮ ਮੌਜੂਦ ਹੈ। ਤੋ ਇਸੇ ਤਰ੍ਹਾਂ ਸ਼ੁੱਧ ਅੰਤਸ਼ਕਰਨ ਦੀ ਮਹੱਤਤਾ ਨੂੰ ਦਰਸਾਉਣ ਲਈ ਸੰਸਾਰ ਵਿੱਚ ਮਲਨ ਅੰਤਸ਼ਕਰਨ ਵੀ ਮੌਜੂਦ ਹੈ। ਇਹ ਦੋ ਵਿਚਾਰ ਧਾਰਾਵਾਂ ਪਰਮੇਸ਼ਰ ਨੇ ਸੰਸਾਰ ਵਿੱਚ ਆਪ ਵਰਤਾਈਆਂ ਨੇ। ਬਾਬੇ ਕੇ ਔਰ ਬਾਬਰ ਕੇ, ਖਾਲਸੀ ਬੋਲੇ ਦੇ ਵਿੱਚ ਇਹਨੂੰ ਏਦਾਂ ਕਿਹਾ ਜਾਂਦਾ, ਇੱਕ ਬਾਬੇ ਕੇ ਨੇ, ਇੱਕ ਬਾਬਰ ਕੇ ਨੇ। ਇਹ ਦੋ ਵਿਚਾਰਧਾਰਾਵਾਂ, ਬਾਬੇ ਕੇ ਅਸ਼ੁੱਧ ਅੰਤਸ਼ ਕਰਨ ਵਾਲੇ ਨੇ ਤੇ ਬਾਬਰ ਕੇ ਮਲਨ ਅੰਤਸ਼ ਕਰਨ ਵਾਲੇ ਨੇ। ਔਰ ਕਲਗੀਧਰ ਸਵਾਮੀ ਜੀ ਇਹਦੇ ਬਾਰੇ ਸਪਸ਼ਟ ਕਰਦਿਆਂ ਕਹਿੰਦੇ, ਬਾਬੇ ਕੇ ਬਾਬਰ ਕੇ ਦੋ, ਬਾਬੇ ਕੇ ਔਰ ਬਾਬਰ ਕੇ ਦੋਵੇਂ ਪਰਮੇਸ਼ਰ ਨੇ ਆਪ ਕੀਤੇ। ਫਿਰ ਅੱਗੇ ਕਹਿੰਦੇ, ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨ ਤੇ ਗਹਿ ਬਾਬਰ ਕੇ ਲੈ ਹੈ। ਤੋ ਸ਼ੁੱਧ ਅੰਤਸ਼ਕਰਨ ਤੇ ਮਲਨ ਅੰਤਸ਼ਕਰਨ ਦੀ ਵਿਚਾਰ ਵਾਹਿਗੁਰੂ ਨੇ ਸੰਸਾਰ ਦੇ ਵਿੱਚ ਆਪ ਵਰਤਾਈ ਹੋਈ ਹੈ। ਹਾਂਜੀ। ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਮਤਾ ਕੋਈ ਇਹ ਜਾਣੇ ਕਿ ਮੈਂ ਆਪਣੇ ਕੀਤੇ ਫੋਕੇ ਕਰਮਾਂ ਕਰਕੇ ਅੱਗੇ ਥਾਂ ਪ੍ਰਾਪਤ ਕਰ ਲਵਾਂਗਾ। ਮਤਾ ਕੋਈ ਇਹ ਜਾਣੇ ਕਿ ਮੈਨੂੰ ਅੱਗੇ ਜਗ੍ਹਾ ਮਿਲ ਜਾਏਗੀ।
ਮੈਨੂੰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ 'ਚ ਥਾਂ ਮਿਲ ਜਾਏਗੀ। ਹਾਂਜੀ, ਜਿਹੇ ਕਰਮ ਕਮਾਏ ਤੇਹਾ ਹੋਏ ਸੇ। ਸਪਸ਼ਟ ਲਫ਼ਜ਼ਾਂ ਵਿੱਚ ਗੱਲ ਤਾਂ ਇਹ ਹੈ ਵੀ ਜਿਹੋ ਜੇ ਕਰਮ ਕਮਾਵੇਂਗਾ ਅੱਗੇ ਵੀ ਤੇਹਾ ਹੋਣਾ। ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦੇ ਕਿ ਕਿੱਕਰ ਬੀਜ ਕੇ ਤੈਨੂੰ ਬਿਜੌਰ ਦੀਆਂ ਦਾਖਾਂ ਖਾਣ ਨੂੰ ਮਿਲਦੀਆਂ ਨੇ। ਇਹ ਭਰਮ ਆਪਣੇ ਹਿਰਦੇ ਚੋਂ ਕੱਢ ਦੇ। ਜਿਹੋ ਜੇ ਕਰਮ ਕਮਾਏ ਹਨ, ਗੁਰਦੇਵ ਕਹਿੰਦੇ ਤੇਹਾ ਹੋਏ ਸੀ, ਤੈਸਾ ਹੀ ਹੋਵੇਗਾ, ਤੈਸਾ ਹੀ ਵਰਤੇਗਾ। ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੇ। ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ, ਜੋ ਮੁਰਦਿਆਂ ਨੂੰ ਵੀ ਸੁਰਜੀਤ ਕਰ ਦੇਵੇ, ਮੁਰਦਿਆਂ ਵਿੱਚ ਵੀ ਜਾਨ ਪਾ ਦੇਵੇ। ਐਸਾ ਅੰਮ੍ਰਿਤ ਹਰੀ ਦਾ ਨਾਮ ਜਿਨ੍ਹਾਂ ਨੂੰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਆਪ ਦਿੰਦੇ ਨੇ, ਵਰਤਾਉਂਦੇ ਨੇ, ਉਹਨਾਂ ਨੂੰ ਇਹ ਵਰਤਾਰਾ ਪ੍ਰਾਪਤ ਹੁੰਦਾ ਹੈ। ਚੱਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੇ। ਦੁਨੀਆਂ ਦੀ ਸ਼ੌਹਰਤ, ਦੁਨੀਆਂ ਦੀ ਵਡਿਆਈ, ਦੁਨੀਆਂ ਦੀ ਸੋਭਾ 4 ਦਿਹਾੜਿਆਂ ਦੀ ਹੈ। ਇਹ ਸੰਸਾਰ ਵਿੱਚ ਅੱਜ ਜਿਨ੍ਹਾਂ ਦੀ ਸੋਭਾ ਹੈ, ਕਿਆ ਜਾਣੀਏ ਅੱਗੇ ਰਹੇ ਕਿ ਨਾ ਰਹੇ। ਅੱਜ ਜਿਨ੍ਹਾਂ ਨੂੰ ਬਦਕਾਰ ਕਿਹਾ ਜਾਂਦਾ, ਕਿਆ ਜਾਣੀਏ ਅੱਗੇ ਉਹਨਾਂ ਦੀ ਸੋਭਾ ਉਜਾਗਰ ਹੋ ਜਾਏ। ਅਸਲ ਵਿੱਚ ਸੋਭਾ ਤਾਂ ਉਸ ਦਿਨ ਹੈ ਕਿ ਜਿਸ ਦਿਨ ਸਰੀਰ ਦਾ ਅਖੀਰਲਾ ਸਾਹ ਨਿਕਲੇ ਤੇ ਇਹਦੇ ਮਨ 'ਚ ਸੰਤੁਸ਼ਟੀ ਹੋਵੇ, ਸੁਰਖਰੂ ਭਾਵ ਹੋਵੇ ਕਿ ਮੈਂ ਆਪਣੇ ਜਨਮ ਨੂੰ ਸਵਾਰ ਕੇ ਚੱਲਿਆ। ਹਰ ਰਾਤ ਸੌਣ ਤੋਂ ਪਹਿਲਾਂ ਮਨ ਵਿੱਚ ਵਿਸ਼ਲੇਸ਼ਣ ਕਰ ਲਿਆ ਜਾਵੇ ਕਿ ਕੀ ਮੈਂ ਪਛਤਾਵੇ ਦੇ ਵਿੱਚ ਤਾਂ ਨਹੀਂ ਰਾਤ ਸੌਣ ਲੱਗਾ, ਕਿ ਮੈਂ ਆਪਣੀ ਜ਼ਿੰਦਗੀ ਦਾ ਅੱਜ ਦਾ ਇਹ ਦਿਨ ਅਜਾਈਂ ਗਵਾ ਦਿੱਤਾ। ਕਿਆ ਜਾਣੀਏ ਕੱਲ ਦੀ ਸੁਬਾਹ ਹੋਵੇ ਕਿ ਨਾ ਹੋਵੇ। ਸੁਰਖਰੂ ਭਾਵ ਜਿਹੜੇ ਨਾਮ ਜਪਣ ਦੇ ਰਸ ਦੇ ਵਿੱਚ ਹਮੇਸ਼ਾ ਤਦਾਕਾਰ ਰਹਿੰਦੇ ਹਨ, ਪਾਤਸ਼ਾਹ ਕਹਿੰਦੇ ਉਹ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਸਵਾਰ ਕੇ ਸੰਸਾਰ ਵਿੱਚੋਂ ਇੱਜ਼ਤ ਸਹਿਤ ਵਿਦਾ ਹੁੰਦੇ ਹਨ। ਇੱਜ਼ਤ ਸਹਿਤ, ਬਾਅਦ ਬਾ ਇੱਜ਼ਤ, ਇਹ ਸੰਸਾਰ ਦੇ ਵਿੱਚੋਂ ਜਾਂਦੇ ਹਨ। ਮਾਨ ਸਕਿਆ ਵਿਚਾਰਾ ਤਿਹ ਲੋਕ ਸੁਣਾਏ ਸੇ। ਔਰ ਉਹਨਾਂ ਦੀ ਸੋਭਾ ਦੇ ਨਾਲ ਤਿੰਨੇ ਲੋਕ ਭਰ ਜਾਂਦੇ ਹਨ। ਤਿੰਨੇ ਲੋਕਾਂ ਵਿੱਚ ਉਹਨਾਂ ਦੀ ਸੋਭਾ ਹੁੰਦੀ, ਇਕੱਲੇ ਮਾਤ ਲੋਕ ਵਿੱਚ ਹੀ ਨਹੀਂ। ਉਹਨਾਂ ਦੀ ਵਡਿਆਈ, ਉਹਨਾਂ ਦੀ ਸਿਫਤ ਦਾ ਵਾਜਾ ਤਿਹਾਂ ਲੋਕਾਂ ਦੇ ਵਿੱਚ, ਤਿੰਨਾਂ ਲੋਕਾਂ ਵਿੱਚ ਸੁਣਾਇਆ ਜਾਂਦਾ। ਤਿਹ ਲੋਕ ਸੁਣਾਏ ਸੀ, ਤਿੰਨਾਂ ਲੋਕਾਂ ਵਿੱਚ ਉਹਨਾਂ ਦੀ ਸੋਭਾ ਸੁਣਾਈ ਜਾਂਦੀ ਹੈ, ਉਹਨਾਂ ਦੀ ਵਡਿਆਈ ਸੁਣਾਈ ਜਾਂਦੀ ਹੈ। ਨਾਨਕ ਆਪ ਨਿਹਾਲ ਸਭ ਕੁਲ ਤਾਰਸੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਆਪ ਨਿਹਾਲ। ਨਾਮ ਜਪਣ ਵਾਲੇ ਜਿੱਥੇ ਆਪ ਨਿਹਾਲ ਹੋ ਜਾਂਦੇ ਨੇ। ਜਿਹੜਾ ਨਿਹਾਲ ਸ਼ਬਦ ਹੈ ਨਾ, ਇਹਦਾ ਮਤਲਬ ਹੁੰਦਾ ਸੰਤੁਸ਼ਟ ਹੋਣਾ, ਸੰਤੁਸ਼ਟੀ। ਮਾਫ ਕਰਨਾ, ਅਸੀਂ ਜਿਹੜਾ ਵੀ ਕੰਮ ਕਰਦੇ ਹਾਂ, ਕਿਸੇ ਵੀ ਕਾਰ ਵਿਹਾਰ ਵਿੱਚ ਅਸੀਂ ਪ੍ਰਵਿਰਤ ਹਾਂ, ਸਾਨੂੰ ਸੰਤੁਸ਼ਟੀ ਨਹੀਂ ਹੈ ਕਿ ਮੈਂ ਜੋ ਕਰ ਰਿਹਾ ਠੀਕ ਹੈ। ਸਾਨੂੰ ਦੂਜੇ ਦਾ ਕੀਤਾ ਹੋਇਆ ਕੰਮ ਵੇਖ ਕੇ ਪਸੰਦ ਆਉਂਦਾ ਹੈ ਕਿ ਫਲਾਣਾ ਬੰਦਾ ਇਹ ਕੰਮ ਕਰਦਾ ਹੈ, ਉਹ ਮੇਰੇ ਤੋਂ ਜ਼ਿਆਦਾ ਸੁਖੀ ਹੈ। ਉਹਨੂੰ ਇਹ ਜਾਪਦਾ ਵੀ ਇਹ ਬੰਦਾ ਜਿਹੜਾ ਕੰਮ ਕਰਦਾ ਇਹ ਜ਼ਿਆਦਾ ਸੁਖੀ ਹੈ। ਸੰਤੁਸ਼ਟੀ ਨਹੀਂ। ਨਾਮ ਜਪਣ ਵਾਲੇ ਗੁਰਮੁਖ ਨਿਹਾਲ ਹੋ ਜਾਂਦੇ ਨੇ, ਸੰਤੁਸ਼ਟ। ਉਹਨਾਂ ਨੂੰ ਸੰਤੁਸ਼ਟੀ ਹੈ ਤੇ ਜਿੱਥੇ ਉਹ ਨਿਹਾਲ ਆਪ ਹੁੰਦੇ ਨੇ ਉੱਥੇ ਆਪਣੀਆਂ ਸਾਰੀਆਂ ਕੁਲਾਂ ਤਾਰ ਲੈਂਦੇ ਹਨ। ਸਭ ਕੁਲ ਤਾਰ ਸੀ, ਉਹ ਆਪਣੀਆਂ ਸਾਰੀਆਂ ਕੁਲਾਂ ਵੀ ਤਾਰ ਲੈਂਦੇ ਹਨ। ਇੱਥੇ ਗਿਣਤੀ ਮਿਣਤੀ ਦੀ ਗੱਲ ਹੀ ਨਹੀਂ ਕੀਤੀ ਸਤਿਗੁਰਾਂ ਨੇ।
21 ਕੁੱਲਾਂ ਦੀ ਗੱਲ ਨਹੀਂ ਕੀਤੀ, ਬੇਅੰਤ ਕੁੱਲਾਂ ਉਹ ਤਾਰ ਲੈਂਦੇ ਆ। ਕਲਗੀਧਰ ਪਾਤਸ਼ਾਹ ਜਦੋਂ ਇੱਧਰ ਮਾਲਵੇ ਵਿੱਚ ਆਏ ਤੇ ਸੋਢੀ ਕੌਲ ਜੀ ਬਾਬੇ ਪ੍ਰਿਥੀ ਚੰਦ ਜੀ ਦੀ ਅੰਸ਼ ਬੰਸ ਚੋਂ ਸਨ। ਉਹ ਗੁਰੂ ਪਾਤਸ਼ਾਹ ਨੂੰ ਆ ਕੇ ਮਿਲੇ ਤੇ ਉਹਨਾਂ ਨੇ ਹੱਥ ਵਿੱਚ ਨਾ ਦੱਬ ਦੇ ਮੁੰਦਰੀਆਂ ਜੀਆਂ ਬਣਾ ਕੇ ਪਾਈਆਂ ਹੋਈਆਂ ਤੇ ਸਤਿਗੁਰਾਂ ਨੇ ਵੇਖ ਕੇ ਪੁੱਛਿਆ, ਸੋਢੀ ਕੌਲ ਜੀ, ਇਹ ਹੱਥ ਦੇ ਵਿੱਚ ਦੱਬ ਦੀਆਂ ਮੁੰਦਰੀਆਂ ਜੀਆਂ ਪਾਈਆਂ ਹੋਈਆਂ, ਇਹ ਕੀ ਕਾਰਨ? ਕਹਿਣ ਲੱਗੇ, ਜੀ ਮੈਂ ਸਰਾਧ ਪਿਆ ਕਰਾਉਂਦਾ ਸੀ ਘਰ ਵਿੱਚ ਪਿਤਰਾਂ ਨੂੰ ਤਾਰਨੇ ਵਾਸਤੇ, ਤੇ ਤੁਹਾਡਾ ਪਤਾ ਲੱਗਾ ਤੇ ਮੈਂ ਵਿੱਚੇ ਛੱਡ ਕੇ ਦੌੜ ਕੇ ਆਇਆ ਦਰਸ਼ਨਾਂ ਨੂੰ। ਤੇ ਕਲਗੀਧਰ ਜੀ ਕਹਿੰਦੇ ਵੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰਾਂ ਦੀ ਕੁੱਲ ਦੇ ਪਿੱਤਰ ਹਾਲੇ ਭੁੱਖੇ ਨੇ, ਵੀ ਜਿਨ੍ਹਾਂ ਨੂੰ ਤੂੰ ਸਰਾਧ ਕਰਾ ਕੇ ਰਜਾਣਾ, ਉਹਨਾਂ ਨੇ ਤਾਂ ਆਪਣੇ ਸਾਰੇ ਪਿੱਤਰਾਂ ਨੂੰ ਪਿੱਤਰ ਲੋਕ ਵਿੱਚੋਂ ਮੁਕਤ ਕਰ ਦਿੱਤਾ ਹੈ। ਉਹ ਆਪਣੀਆਂ ਸਾਰੀਆਂ ਕੁੱਲਾਂ ਤਾਰ ਲੈਂਦੇ।